ਬੇਟਾ ਆਪਾਂ ਅਧਿਆਇ 1 ਦੀ ਅਭਿਆਸਿਕ ਬਣਤਰ ਦਾ ਤੀਜਾ ਸਵਾਲ ਕਰਨ ਜਾ ਰਹੇ ਹਾਂ, ਜੋ ਕਿ ਤੁਹਾਡੀ ਦੂਜੀ ਟਾਈਪ ਨੂੰ ਹੀ ਬਿਲੋਂਗ ਕਰਦਾ ਆ, ਕਿਉਂਕਿ ਇਹਦੇ ਵਿੱਚ ਵਰਗਮੂਲ ਵਾਲੀ ਰਕਮ ਇਕੱਲੀ ਨਹੀਂ, ਜਾਂ ਤਾਂ ਭਾਗ ਹੋ ਰਹੀ ਹੈ, ਜਾਂ ਗੁਣਾ ਹੋ ਰਹੀ ਹੈ, ਜਾਂ ਜੋੜ ਹੋ ਰਹੀ ਹੈ। ਅਤੇ ਬਿਲਕੁਲ ਸੇਮ ਉਸੇ ਤਰੀਕੇ ਨਾਲ ਅਸੀਂ ਕਰਨ ਲੱਗੇ ਹਾਂ। ਜਿੱਦਾਂ ਪਹਿਲਾ ਭਾਗ ਦੇਖੋ ਤੁਸੀਂ, ਅਸੀਂ ਮੰਨ ਲੈਂਦੇ ਹਾਂ, ਮੰਨ ਲਓ 1/2 ਇੱਕ परिमेय संख्या है, तो इसलिए 1/2 P/Q ਦੇ रूप ਵਿੱਚ ਹੋਵੇਗੀ ਤੇ P ਤੇ Q ਦਾ ਮਸਾਵਾ 1 ਹੋਵੇਗਾ, ਜਾਂ ਇਹਨੂੰ ਸਹਿਆਪਾਤ ਸੰਖਿਆ ਵੀ ਕਹਿ ਸਕਦੇ ਹਾਂ। ਹੁਣ ਅਸੀਂ ਕੀ ਕਰਨਾ ਹੈ, ਧਿਆਨ ਨਾਲ ਦੇਖਣਾ ਤੁਸੀਂ, ਉਲਟ ਕਰਮ ਲੈ ਲੈਂਦੇ ਹਾਂ। ਅਸੀਂ ਉਲਟ ਕਰਮ ਲੈਣ ਤੇ ਇਹਦੇ ਨਾਲ ਫਾਇਦਾ ਕੀ ਹੋਇਆ ਕਿ ਵਰਗਮੂਲ ਵਾਲੀ ਰਕਮ ਉੱਪਰ ਚਲੀ ਗਈ। ਉਲਟ ਕਰਮ ਸਮਝਦੇ ਹੋ ਨਾ, ਬਿਲਕੁਲ ਹਰ ਨੂੰ ਅੰਸ਼ ਵਿੱਚ ਲੈ ਜਾਣਾ, ਅੰਸ਼ ਨੂੰ ਹਰ ਵਿੱਚ, ਕਿਉਂ ਉੱਪਰ ਆ ਗਿਆ, P ਨੀਚੇ ਆ ਗਿਆ। ਹੁਣ ਦੇਖੋ ਤੁਸੀਂ ਧਿਆਨ ਨਾਲ, ਬਿਲਕੁਲ ਸੇਮ ਵਰਡਿੰਗ ਅਸੀਂ ਯਾਦ ਕਰ ਚੁੱਕੇ ਹਾਂ, ਉਹੀ ਵਰਡਿੰਗ ਅਸੀਂ ਲਿਖਾਂਗੇ, ਕੋਈ ਨਵੀਂ ਵਰਡਿੰਗ ਨਹੀਂ ਹੈ ਅਸੀਂ ਲਿਖਣੀ ਹੈ। ਇੱਥੇ ਬਿਲਕੁਲ ਸੇਮ ਬੇਟਾ, P ਅਤੇ Q ਸੰਪੂਰਨ ਸੰਖਿਆਵਾਂ ਹਨ, ਇਸ ਲਈ Q/B ਇੱਕ ਪਰਿਮੇय ਸੰਖਿਆ ਹੋਵੇਗੀ। ਠੀਕ ਹੈ ਨਾ। ਤੇ ਜੇ ਸੱਜਾ ਪਾਸਾ ਪਰਿਮੇय ਸੰਖਿਆ ਹੋਵੇ ਤਾਂ ਖੱਬਾ ਪਾਸਾ ਵੀ ਪਰਿਮੇय ਸੰਖਿਆ ਹੋਵੇਗਾ, ਪਰ ਖੱਬਾ ਪਾਸਾ ਤਾਂ ਵਰਗਮੂਲ 2 ਹੈ, ਜੋ ਕਿ अपरिमेय संख्या ਹੁੰਦੀ ਹੈ। ਇਹ ਸਾਡੀ ਗਲਤ ਕਲਪਨਾ ਕਰਕੇ ਹੋਇਆ ਹੈ, ਇਸ ਲਈ 1/2 ਇੱਕ अपरिमेय संख्या होवेगी। देख लियो तुसी, वर्डिंग विच मैं एक भी परसेंट चेंज नहीं किया है, इक्को बारी याद की हुई वर्डिंग ही तुहानूं बार बार लिखनी होवेगी। इसी तरह ही असीं इहदा सैकेंड पार्ट करांगे, 7 √ 5 वाला। ध्यान नाल देखना तुसी। हुण अपने कोल सैकेंड पार्ट आंदा है बेटा 7 √ 5। फिर उस तरीके नाल ही मन लो 7 √ 5 एक परिमेय संख्या है, इसलिए 7 √ 5 जिहड़ा आ P/Q ਦੇ रूप ਵਿੱਚ ਹੋਵੇਗਾ। ਹੁਣ ਤੁਸੀਂ ਕੁਝ ਨਹੀਂ ਕਰਨਾ ਹੈ ਬੇਟਾ, ਵਰਗਮੂਲ 5 ਬਰਾਬਰ P/7 ਨੂੰ ਨੀਚੇ ਭੇਜਤਾ, 7Q ਆ ਗਿਆ। ਬਸ ਤੁਸੀਂ ਸੈਕਿੰਡ ਟਾਈਪ 'ਚ ਸਿਰਫ ਇਹੀ ਕਰਨਾ ਹੁੰਦਾ ਹੈ ਕਿ ਵਰਗਮੂਲ ਵਾਲੀ ਰਕਮ ਅਲੱਗ ਕਰਨੀ ਹੁੰਦੀ ਹੈ, ਬਗੈਰ ਵਰਗਮੂਲ ਦੇ ਅਲੱਗ ਕਰਨੇ ਹੁੰਦੇ ਹੈ। ਇੱਥੇ PQ ਸੰਪੂਰਨ ਸੰਖਿਆਵਾਂ ਹਨ, ਇਸ ਲਈ P/7Q ਇੱਕ परिमेय संख्या होवेगी। जे सज्जा पासा एक परिमेय संख्या होवे तां खब्बा पासा भी परिमेय
संख्या होवेगा। पर खब्बा पासा तां वर्गमूल 5 है, जो कि अपरिमेय संख्या ਹੁੰਦੀ है। ਹੁਣ ਫਿਰ ਉਹੀ ਗੱਲ, ਇਹ ਸਾਡੀ ਗਲਤ ਕਲਪਨਾ ਕਰਕੇ ਹੋਇਆ ਹੈ, ਇਸ ਲਈ 7 वर्गमूल 5 एक अपरिमेय संख्या ਹੋਵੇਗੀ। ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਚੁੱਕਾ ਹੋਵੇਗਾ ਹੁਣ ਸਾਡੀ ਦੋਨੋਂ ਟਾਈਪਸ। ਇਹ ਟਾਈਪ ਦੇ ਵਿੱਚ ਥੋੜ੍ਹੀ ਜਿਹੀ ਪੰਜਾਬੀ ਜ਼ਰੂਰ ਲਿਖਣੀ ਪੈ ਰਹੀ ਹੈ, ਬਟ ਮੈਂ ਕੋਸ਼ਿਸ਼ ਕੀਤੀ ਹੈ ਕਿ ਉਸ ਪੰਜਾਬੀ ਦੇ ਵਿੱਚ ਕੁਝ ਵੀ ਚੇਂਜ ਨਾ ਕੀਤਾ ਜਾਵੇ। ਇੱਕੋ ਵਾਰ ਯਾਦ ਕੀਤੀ ਹੋਈ ਪੰਜਾਬੀ ਹੀ ਤੁਹਾਨੂੰ ਪੂਰਾ ਸਵਾਲ ਯਾਦ ਕਰਾ ਦੇਗੀ। ਬਹੁਤ ਹੀ ਸੌਖਾ ਸਵਾਲ ਹੈ। 7 वर्गमूल 5। ਹੁਣ ਸਾਡਾ ਤੀਜਾ ਭਾਗ ਸੀਗਾ ਜੋ ਕਿ ਸਾਨੂੰ ਦਿੱਤਾ ਗਿਆ ਹੈ 6 ਜਮ੍ਹਾਂ वर्गमूल 2, ਉਹ ਅਸੀਂ ਕਰਾਂਗੇ। ਹੁਣ ਸਾਡਾ ਤੀਜਾ ਭਾਗ ਬੇਟਾ 6 ਜਮ੍ਹਾਂ वर्गमूल 2। ਸੇਮ ਉਸੇ ਤਰੀਕੇ ਨਾਲ ਅਸੀਂ ਮੰਨ ਲੈਂਦੇ ਹਾਂ। ਮੰਨ ਲਓ 6 ਜਮ੍ਹਾਂ वर्गमूल 2 ਇੱਕ परिमेय संख्या है, ਇਸ ਲਈ 6 ਜਮ੍ਹਾਂ वर्गमूल 2 ਨੂੰ P/Q ਰੂਪ ਵਿੱਚ ਮੰਨਿਆ ਗਿਆ। ਤੇ ਹੁਣ ਕੀ ਕਰਾਂਗੇ, 6 ਨੂੰ ਉੱਧਰ ਸ਼ਿਫਟ ਕਰ ਦਾਂਗੇ। वर्गमूल 2 बराबर P/Q माइनस 6 ਇੱਥੇ ਲਿਖ ਹੋਏਗਾ। ਡਮਰੂ ਮੈਥਡ ਨਾਲ ਕੀ ਹੋਇਆ, Q ਨੂੰ ਇੱਕ ਨਾਲ ਗੁਣਾ ਕਰਤਾ Q, P ਮਾਈਨਸ 6Q। ਫਿਰ ਉਸੇ ਤਰੀਕੇ ਨਾਲ ਬੇਟਾ ਇੱਥੇ P ਅਤੇ Q ਸੰਪੂਰਨ ਸੰਖਿਆਵਾਂ ਹਨ, ਇਸ ਲਈ P माइनस 6Q/Q एक परिमेय संख्या होवेगी जे सज्जा पासा परिमेय संख्या होवे तां खब्बा पासा भी परिमेय संख्या होवेगा। पर खब्बा पासा तां वर्गमूल 2 है, जो कि अपरिमेय संख्या ਹੁੰਦਾ ਹੈ। ਇਹ ਸਾਡੀ ਗਲਤ ਕਲਪਨਾ ਕਰਕੇ ਹੋਇਆ ਹੈ, ਇਸ ਲਈ 6 ਜਮ੍ਹਾਂ वर्गमूल 2 ਇੱਕ अपरिमेय संख्या होवेगी। इस तरह साड़ी 1.3 अभ्यास खत्म हो गई है, जिन्हों मैं सिर्फ 2 ही तरीक़े नाल समझाया है तुहानूं। एक थोड़ा वड्डा तरीका सीगा क्योंकि उत्थे वर्गमूल कल्ला ही सीगा, जिथे वर्गमूल नाल कुछ जोड़ या गुणा आ गई उत्थे असीं दूजा मैथड अप्लाई किया है। उम्मीद है तुहानूं 1.3 अभ्यास चंगी तरह समझ आ गई होएगी ते तुसीं अपनी अपनी कापियां ते हुण करके देखो। बहुत वधिया तरीके नाल लिखोवेगा। जे नहीं लिखोंदा तो एक बार दोबारा वीडियो खोल के देखियो तो तुहानूं चंगी तरह समझ लग जाएगी। ओके।